Hello and welcome everyone. I'm sorry that we are a little late in today's Facebook Live due to some network issues. I'm Dr. Kirat Kaur Sibia, consultant pulmonologist from Bahara Super Specialty Hospital. And today we are going to be talking about COVID/Omicron awareness talk. ਮੈਂ ਡਾਕਟਰ ਕੀਰਤ ਕੌਰ ਸਿਬਿਆ ਛਾਤੀ ਰੋਗਾਂ ਦੀ ਮਾਹਿਰ ਤੇ ਅੱਜ ਅਸੀਂ ਗੱਲ ਕਰਾਂਗੇ ਕੋਵਿਡ ਜਾਂ ਫਿਰ ਓਮਿਕਰੋਨ ਬਾਰੇ। ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਕੋਵਿਡ ਦਾ ਜਿਹੜਾ ਆਵਾ ਨਵਾਂ ਰੂਪ ਹੈ ਪਰ ਸਭ ਤੋਂ ਪ੍ਰਚਲਿਤ ਰੂਪ ਹੈ ਜਿਹੜਾ ਅੱਜ ਦੇ ਦਿਨ ਵਿੱਚ ਓਮਿਕਰੋਨ, ਇਸ ਦੇ ਵਿੱਚ ਤੇ ਜਿਹੜਾ ਨਵਾਂ ਓਮਿਕਰੋਨ ਵੇਰੀਐਂਟ ਆਇਆ, ਜਿਹੜਾ ਨਵਾਂ ਪੁਰਾਣਾ ਕੋਵਿਡ ਸੀ, ਉਹਦੇ 'ਚ ਕੀ ਫਰਕ ਹੈ? ਕੀ ਇਹ ਉਹੀ ਕੋਵਿਡ ਹੈ? ਕਿ ਇਹ ਹੁਣ ਜ਼ੁਕਾਮ ਵਰਗਾ, ਆਮ ਖਾਂਸੀ ਜ਼ੁਕਾਮ ਵਰਗਾ ਬਣ ਗਿਆ ਹੈ ਜਾਂ ਫਿਰ ਇਹ ਹਾਲੇ ਵੀ ਉਨਾ ਹੀ ਡੇਂਜਰਸ ਹੈ? ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਅਸੀਂ ਹੁਣ 2 ਸਾਲਾਂ ਬਾਅਦ ਇੰਨੀ ਇੰਪੋਰਟੈਂਟ ਰਿਸਰਚ ਤੇ ਇੰਨੀ ਕੰਮ ਦੀ ਸਾਇੰਟਿਸਟ ਨੇ ਸਾਨੂੰ ਇੰਨਾ ਸਟਰੋਂਗ ਕਰਤਾ ਹੈ ਕਿ ਅਸੀਂ ਹੁਣ ਕੋਵਿਡ ਨਾਲ ਡੀਲ ਕਰਨ ਦੇ ਲਈ एक बहुत बेटर जगह ते हैं, बहुत बेटर पोजीशन ते हैं, बहुत बेटर प्लेटफॉर्म ते हैं। पर ओमिक्रॉन ਦਾ ਕੰਸਰਨ ਕੀ ਹੈ? ਓਮਿਕਰੋਨ ਬਾਰੇ ਸਾਨੂੰ ਥੋੜਾ ਜਿਹਾ ਸਚੇਤ ਰਹਿਣ ਦੀ ਲੋੜ ਕਿਉਂ ਹੈ? ਜਿਹੜਾ ਪਹਿਲਾਂ ਕੋਵਿਡ ਦਾ ਵੇਰੀਐਂਟ ਆਇਆ ਸੀ, ਉਸਨੂੰ ਨਵੰਬਰ 19 ਤੋਂ ਜਨਵਰੀ, ਫਰਵਰੀ, ਮਾਰਚ 2020 ਤੱਕ ਇੰਨਾ ਟਾਈਮ ਉਹਨੇ ਲਿੱਤਾ ਪੂਰੀ ਦੁਨੀਆ 'ਚ ਫੈਲਣ ਨੂੰ, ਇੰਡੀਆ ਤੱਕ ਪਹੁੰਚਣ ਨੂੰ। ਪਰ ਜਿਹੜਾ ਓਮਿਕਰੋਨ ਹੈ ਇਹ ਨਵੰਬਰ 2021 ਵਿੱਚ ਪਾਇਆ ਗਿਆ ਸਾਊਥ ਅਫਰੀਕਾ ਵਿੱਚ, ਤੇ 1 ਮਹੀਨੇ ਦੇ ਅੰਦਰ 100 ਤੋਂ ਜ਼ਿਆਦਾ ਦੇਸ਼ਾਂ ਵਿੱਚ ਓਮਿਕਰੋਨ ਫੈਲ ਚੁੱਕਾ ਸੀ। ਇਸ ਲਈ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਕੋਵਿਡ ਰੂਪ ਬਦਲ ਰਿਹਾ ਹੈ ਤੇ ਸਾਨੂੰ ਵੀ ਸਚੇਤ ਰਹਿਣ ਦੀ ਲੋੜ ਹੈ। ਇਹਦੇ 'ਚ ਹੁਣ ਅਸੀਂ ਨੈਕਸਟ ਇਹ ਦੇਖਣਾ ਕਿ ਅਸੀਂ ਕੀ ਕਰ ਸਕਦੇ ਹਾਂ ਇਸ ਤੋਂ ਬਚਣ ਦੇ ਲਈ। ਜੋ ਪਹਿਲਾਂ ਵੀ ਕੋਵਿਡ ਦਾ ਸਟ੍ਰੇਨ ਆਇਆ ਸੀ ਤੇ ਜੋ ਹੁਣ ਵੀ ਓਮਿਕਰੋਨ ਆਇਆ ਹੈ, ਸਭ ਤੋਂ ਅੱਛੀ ਗੱਲ ਇਹ ਹੈ ਕਿ 80% ਲੋਕਾਂ ਨੂੰ ਬਹੁਤ ਮਾਈਲਡ ਡਿਜ਼ੀਜ਼ ਹੁੰਦੀ ਹੈ। 80% ਲੋਕਾਂ ਲਈ ਇਹ ਜਾਨਲੇਵਾ ਨਹੀਂ ਬਣਦਾ। ਪਰ ਸਾਡੇ ਦੇਸ਼ ਦੀ ਆਬਾਦੀ ਇੰਨੀ ਜ਼ਿਆਦਾ ਹੈ ਕਿ ਜੇ 20% ਸਾਰੇ ਇਕੱਠੇ ਬਿਮਾਰ ਹੋ ਜਾਂਦੇ ਨੇ ਤਾਂ ਸਾਡਾ ਹੈਲਥ ਸਿਸਟਮ ਇੰਨੇ ਲੋਕਾਂ ਨੂੰ ਬੈੱਡ, ਆਕਸੀਜਨ ਤੇ ਸੇਵਾਵਾਂ ਨਹੀਂ ਦੇ ਸਕਦਾ। ਓਮਿਕਰੋਨ ਬਹੁਤ ਜ਼ਿਆਦਾ ਜਲਦੀ ਫੈਲ ਰਿਹਾ ਹੈ, ਇਸ ਲਈ ਜ਼ਿਆਦਾ ਖਤਰਨਾਕ ਹੈ। ਸਾਡੀ ਵੈਕਸੀਨਸ ਸਾਨੂੰ ਓਮਿਕਰੋਨ ਵੇਰੀਐਂਟ ਤੋਂ ਵੀ ਪ੍ਰੋਟੈਕਟ ਕਰ ਰਹੀਆਂ ਨੇ, ਇਸ ਲਈ ਅਸੀਂ ਅੱਜ ਇੱਕ ਬੈਟਰ ਪੋਜੀਸ਼ਨ 'ਤੇ ਹਾਂ। ਇਸ ਲਈ ਸਾਡੇ ਲੋਕ ਘੱਟ ਹੌਸਪਿਟਲਾਈਜ਼ ਹੋ ਰਹੇ ਨੇ। ਔਰ ਇਹ ਸਿਰਫ ਇੰਡੀਆ ਦੀ ਗੱਲ ਨਹੀਂ ਹੈ, ਪੂਰੇ ਵਰਲਡ ਵਿੱਚ ਇਹੀ ਟ੍ਰੈਂਡ ਹੈ। ਕੋਵਿਡ ਵੈਕਸੀਨ ਦੇ ਕਰਕੇ ਲੋਕ ਘੱਟ ਬਿਮਾਰ ਹੋ ਰਹੇ ਨੇ। ਵੈਕਸੀਨ ਨਾਲ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੋਵਿਡ ਹੋ ਹੀ ਨਹੀਂ ਸਕਦਾ। ਵੈਕਸੀਨ ਦਾ ਮਤਲਬ ਸਿਰਫ ਇਹ ਹੈ ਕਿ ਜੇ ਤੁਹਾਨੂੰ ਕੋਵਿਡ ਹੋ ਜਾਏ, ਜੇ ਤੁਸੀਂ ਇਨਫੈਕਸ਼ਨ ਪਕੜ ਲੈਂਦੇ ਹੋ, ਤਾਂ ਉਹ ਇੰਨੀ ਗੰਭੀਰ ਨਾ ਹੋਏ ਕਿ ਤੁਹਾਨੂੰ ਹਸਪਤਾਲ ਜਾਣ ਦੀ ਲੋੜ ਪਏ ਜਾਂ ਫਿਰ ਕਿਸੇ ਦੀ ਉਸਦੇ ਕਰਕੇ ਮੌਤ ਹੋਏ। ਔਰ ਵੈਕਸੀਨਸ ਨੇ ਪ੍ਰੂਵ ਕਰਤਾ ਹੈ ਕਿ ਦੇ ਆਰ ਇਫੈਕਟਿਵ, ਕਿਉਂਕਿ ਅੱਜ ਜਿਹੜੀ ਥਰਡ ਵੇਵ ਨਾਲ ਅਸੀਂ ਡੀਲ ਕਰ ਰਹੇ ਹਾਂ, ਇਹ ਸੈਕਿੰਡ ਵੇਵ ਵਰਗੀ ਨਹੀਂ ਹੈ। ਔਰ ਮੇਨ ਡਿਫਰੈਂਸ ਇਹੀ ਹੈ ਕਿ ਸੈਕਿੰਡ ਵੇਵ ਵਿੱਚ ਸਾਡੀ ਪੋਪੂਲੇਸ਼ਨ, ਸਾਡੀ ਆਬਾਦੀ ਇੰਨੀ ਵੈਕਸੀਨੇਟਡ ਨਹੀਂ ਸੀ ਤੇ ਅੱਜ ਸਾਡੀ ਆਬਾਦੀ 70% ਤੋਂ ਜ਼ਿਆਦਾ ਵੈਕਸੀਨੇਟ ਹੋ ਚੁੱਕੀ ਹੈ। ਐਟਲੀਸਟ ਇੱਕ ਡੋਜ਼ ਸਭ ਨੂੰ ਮਿਲ ਚੁੱਕੀ ਹੈ। ਇਹ ਸਾਡੇ ਲਈ ਬਹੁਤ ਗਰਵ ਦੀ ਗੱਲ ਹੈ ਕਿ ਸਾਡੇ ਦੇਸ਼ ਨੇ ਵਰਲਡ ਦਾ ਸਭ ਤੋਂ ਵੱਡਾ ਤੇ ਕੁਇਕ ਵੈਕਸੀਨ ਪ੍ਰੋਗਰਾਮ ਰੋਲ ਆਊਟ ਕੀਤਾ। ਜੇ ਹੁਣ ਅਸੀਂ ਆਪਣੇ ਉੱਤੇ ਲਈਏ ਇਹ ਗੱਲ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਅਗਰ ਕਿਸੇ ਨੂੰ ਘਰੇ ਸਿੰਪਟਮਸ ਆਉਣੇ ਸ਼ੁਰੂ ਹੋ ਜਾਣ? ਵੈਸੇ ਹੀ ਠੰਡ ਦਾ ਮੌਸਮ ਹੈ, ਖਾਂਸੀ ਜ਼ੁਕਾਮ ਹੋ ਜਾਂਦੀ ਹੈ, ਕਿਸੇ ਨੂੰ ਲੱਗਦਾ ਹੈ ਗਰਮ ਸਰਦ ਹੋ ਗਈ, ਕਿਸੇ ਨੂੰ ਲੱਗਦਾ ਹੈ ਜੀ ਸੁੱਕੀ ਖਾਂਸੀ ਹੈ, ਮੌਸਮ ਸੁੱਕਾ ਹੈ। ਪਰ ਸਮਝਣ ਦੀ ਗੱਲ ਇਹ ਹੈ ਕਿ ਜੇ ਖਾਂਸੀ ਹੋ ਜਾਏ, ਜ਼ੁਕਾਮ ਹੋ ਜਾਏ, ਗਲਾ ਖਰਾਬ ਹੋ ਜਾਏ, ਬੁਖਾਰ ਹੋ ਜਾਏ, ਤਾਂ ਕਰਨਾ ਕੀ ਹੈ? ਸਭ ਤੋਂ ਪਹਿਲਾਂ ਆਪਣੇ ਘਰੇ ਜੇ ਤੁਸੀਂ ਬਿਮਾਰ ਹੋ ਜਾਂਦੇ ਹੋ ਤਾਂ ਤੁਸੀਂ ਬਾਕੀਆਂ ਦੀ ਪ੍ਰੋਟੈਕਸ਼ਨ ਦੇ ਲਈ, ਹੋ ਸਕਦਾ ਤੁਹਾਡੀ ਇਮਿਊਨਿਟੀ ਬਹੁਤ ਅੱਛੀ ਹੈ, ਤੁਹਾਨੂੰ ਜ਼ਿਆਦਾ ਦਿੱਕਤ ਨਾ ਆਏ, ਪਰ ਜਿਹੜੇ ਤੁਹਾਡੇ ਘਰੇ ਕੋਈ ਬਜ਼ੁਰਗ ਨੇ ਜਾਂ ਕੋਈ ਜ਼ਿਆਦਾ ਰਿਸਕ 'ਤੇ ਨੇ, ਕੋਈ ਫੈਮਿਲੀ ਮੈਂਬਰ, ਤਾਂ ਉਹਨਾਂ ਨੂੰ ਦੀ ਵੀ ਬਚਾਉਣ ਦੀ ਸਾਡੀ ਜ਼ਿੰਮੇਵਾਰੀ ਬਣਦੀ ਹੈ। ਤੇ ਉਹ ਸਮਝਦੇ ਹੋਏ ਸਾਨੂੰ ਅਲੱਗ ਰੂਮ ਵਿਦ ਅਟੈਚਡ ਬਾਥਰੂਮ ਆਈਸੋਲੇਟ ਹੋ ਜਾਣਾ ਚਾਹੀਦਾ ਹੈ। ਆਈਸੋਲੇਟ ਹੋਣ ਦਾ ਸਹੀ ਤਰੀਕਾ ਕੀ ਹੈ? ਆਈਸੋਲੇਟ ਹੋਣ ਦਾ ਸਹੀ ਤਰੀਕਾ ਇਹ ਹੈ ਕਿ ਅਲੱਗ ਕਮਰਾ ਹੋਏ। ਅਗਲੇ 5 ਦਿਨ, 7 ਦਿਨ, ਐਟਲੀਸਟ 5 ਡੇਜ਼, ਜਦੋਂ ਕਿ ਤੁਸੀਂ ਬਹੁਤ ਜ਼ਿਆਦਾ ਤੁਹਾਡੇ ਸਿੰਪਟਮਸ ਰਹਿਣਗੇ, ਤੁਸੀਂ ਉਸ ਦੌਰਾਨ ਦੂਸਰਿਆਂ ਦੇ ਕੰਟੈਕਟ 'ਚ ਨਾ ਹੋ ਤਾਂ ਕਿ ਬਾਕੀ ਪ੍ਰੋਟੈਕਟਡ ਰਹਿਣ।
ਜਿਹੜੇ ਬਾਕੀ ਲੋਕ ਘਰੇ ਨੇ, ਜਿਹੜੇ ਤੁਹਾਡੀ ਸੇਵਾ ਕਰ ਰਹੇ ਨੇ, ਤੁਹਾਨੂੰ ਸਪੋਰਟ ਕਰ ਰਹੇ ਨੇ, ਉਹ ਤੁਹਾਡੇ ਕਮਰੇ ਦੇ ਬਾਹਰ ਤੁਹਾਡੇ ਖਾਣ ਪੀਣ ਦੇ ਲਈ ਸਮਾਨ, ਤੁਹਾਡੀ ਜ਼ਰੂਰਤ ਦੀ ਦਵਾਈ, ਉਹ ਸਭ ਪ੍ਰੋਵਾਈਡ ਕਰਦੇ ਨੇ। ਕਮਰੇ ਦੇ ਬਾਹਰ ਇੱਕ ਛੋਟਾ ਟੇਬਲ ਰੱਖਤਾ, ਸਟੂਲ ਰੱਖਤਾ, ਉਹਦੇ ਉੱਤੇ ਉਹ ਦਵਾਈ ਖਾਣਾ ਪੀਣਾ ਰੱਖ ਕੇ ਥੋੜ੍ਹਾ ਦੂਰ ਹੋ ਸਕਦੇ ਨੇ, ਅਤੇ ਤੁਸੀਂ ਫਿਰ ਸਮਾਨ ਲੈ ਸਕਦੇ ਹੋ। ਇਹ ਹੈ ਸਹੀ ਤਰੀਕਾ ਹੋਮ ਆਈਸੋਲੇਸ਼ਨ ਦਾ। ਹੁਣ ਖਾਂਸੀ ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ, ਡਾਕਟਰ ਕੋਲ ਜਾਈਏ ਕਿ ਨਾ ਜਾਈਏ? ਕਿ ਸਾਨੂੰ ਐਕਸਰੇ ਕਰਾਉਣ ਦੀ ਲੋੜ ਹੈ ਕਿ ਨਹੀਂ ਹੈ, ਕਿ ਸੀਟੀ ਸਕੈਨ ਦੀ ਲੋੜ ਹੈ? ਅਗਰ ਤੁਹਾਨੂੰ ਕੋਈ ਜ਼ਿਆਦਾ ਦਿੱਕਤ ਨਹੀਂ ਹੈ, ਅਗਰ ਤੁਹਾਡਾ ਬੁਖਾਰ 100 ਤੋਂ ਘੱਟ ਹੈ, ਤਾਂ ਤੁਸੀਂ ਪਲੇਨ ਪੈਰਾਸੀਟਾਮੋਲ ਲੈ ਕੇ ਵੀ ਆਪਣਾ ਫੀਵਰ ਕੰਟਰੋਲ ਕਰ ਸਕਦੇ ਹੋ। ਕੋਵਿਡ ਵਿੱਚ ਅਕਸਰ ਬੁਖਾਰ 2-3 ਦਿਨ ਰਹਿੰਦਾ ਹੈ ਸ਼ੁਰੂ ਦੇ, ਪਰ ਜੇ ਤੁਹਾਡਾ ਬੁਖਾਰ ਇਸ ਤੋਂ ਜ਼ਿਆਦਾ ਦੇਰ ਰਹਿ ਰਿਹਾ ਹੈ ਤਾਂ ਤੁਹਾਨੂੰ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ। ਕਿਤੇ ਕੁਝ ਹੋਰ ਸੁਪਰ ਐਡਿਡ ਇਨਫੈਕਸ਼ਨ ਜਾਂ ਕੋਵਿਡ ਦੇ ਨਾਲ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਆ ਰਹੀ, ਕੋਈ ਹੋਰ ਕੰਪਲਿਕੇਸ਼ਨ ਤਾਂ ਨਹੀਂ ਬਣ ਰਹੀ। ਅਗਰ ਤੁਹਾਡਾ ਬੁਖਾਰ 100 ਤੋਂ ਜ਼ਿਆਦਾ ਹੈ, 101 102 ਰਹਿ ਰਿਹਾ ਹੈ, ਨਹੀਂ ਟੁੱਟ ਰਿਹਾ, ਪੈਰਾਸੀਟਾਮੋਲ ਲੈਣ ਦੇ ਬਾਅਦ ਵੀ ਨਾਰਮਲ ਨਹੀਂ ਆ ਰਿਹਾ, ਤਾਂ ਤੁਹਾਨੂੰ ਡਾਕਟਰ ਨੂੰ ਜਲਦੀ ਦਿਖਾਉਣਾ ਚਾਹੀਦਾ ਹੈ, ਕਿਉਂਕਿ ਤੁਹਾਡਾ ਮਤਲਬ ਇਹ ਮਾਰਕਰ ਹੈ ਕਿ ਬਿਮਾਰੀ ਜ਼ਿਆਦਾ ਖਰਾਬ ਹੋ ਸਕਦੀ ਹੈ। ਅਗਰ ਵੈਕਸੀਨ ਨਹੀਂ ਲੱਗੀ ਹੈ ਤਾਂ ਤੁਸੀਂ ਜ਼ਿਆਦਾ ਰਿਸਕ 'ਤੇ ਹੋ ਕੋਵਿਡ ਵਿਗੜਨ ਦੇ, ਤਾਂ ਵੀ ਤੁਹਾਨੂੰ ਜਲਦੀ ਦਿਖਾਉਣਾ ਚਾਹੀਦਾ। ਕਿਹੜੇ ਲੋਕ ਨੇ ਜਿਨ੍ਹਾਂ ਨੂੰ ਜ਼ਿਆਦਾ ਰਿਸਕ ਰਹਿੰਦਾ ਹੈ ਵੈਕਸੀਨ ਲੱਗਣ ਦੇ ਬਾਵਜੂਦ ਕੋਵਿਡ ਗੰਭੀਰ ਹੋਣ ਦਾ? ਉਹ ਲੋਕ ਨੇ ਜਿਨ੍ਹਾਂ ਦਾ ਸ਼ੂਗਰ ਕੰਟਰੋਲ ਨਾ ਹੋਏ, ਜਿਨ੍ਹਾਂ ਦੀ ਬਲੱਡ ਪ੍ਰੈਸ਼ਰ ਕੰਟਰੋਲ ਨਾ ਹੋਏ, ਜਿਨ੍ਹਾਂ ਨੂੰ ਪਹਿਲਾਂ ਕੋਵਿਡ ਜ਼ਿਆਦਾ ਗੰਭੀਰ ਰੂਪ 'ਚ ਹੋਇਆ ਹੋਏ, ਜਿਸ ਦੇ ਕਰਕੇ ਉਹਨਾਂ ਨੂੰ ਆਕਸੀਜਨ ਦੀ ਲੋੜ ਪਈ ਹੋਏ ਜਾਂ ਦਾਖਲ ਹੋਣ ਦੀ ਲੋੜ ਪਈ ਹੋਏ ਹਸਪੀਟਲ ਵਿੱਚ। ਇਹ ਜਿਹੇ ਲੋਕਾਂ ਨੂੰ ਜਲਦੀ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ, ਤਾਂ ਕਿ ਉਹਨਾਂ ਦੇ ਬਲੱਡ ਟੈਸਟ, ਐਕਸਰੇ ਕਰਕੇ ਬਿਮਾਰੀ ਨੂੰ ਜਲਦੀ ਪਕੜਿਆ ਜਾ ਸਕੇ ਕਿ ਇਹ ਜ਼ਿਆਦਾ ਵਿਗੜਨ ਵਾਲੀ ਹੈ, ਅਤੇ ਦਵਾਈਆਂ ਉਸ ਹਿਸਾਬ ਨਾਲ ਸ਼ੁਰੂ ਹੋ ਕੀਤੀਆਂ ਜਾ ਸਕਣ। ਵੈਕਸੀਨ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ? ਇਹਦਾ ਸਭ ਤੋਂ ਵੱਡਾ, ਇਹ ਬਹੁਤ ਕਾਮਨ ਕੁਐਸਚਨ ਹੈ, ਅਤੇ ਇਹਦਾ ਜਵਾਬ ਮੈਂ ਇਹੀ ਦਊਂਗੀ ਕਿ ਤੁਸੀਂ ਆਪੇ ਦੇਖੋ ਫਸਟ ਵੇਵ ਵਿੱਚ ਕੀ ਹਾਲ ਸੀ, ਸੈਕਿੰਡ ਵੇਵ ਵਿੱਚ ਕੀ ਹਾਲ ਸੀ, ਅਤੇ ਹੁਣ ਥਰਡ ਵੇਵ ਉਸ ਮੁਤਾਬਿਕ ਥੋੜ੍ਹਾ ਜਿਹਾ ਉਸ ਮੁਕੰਮਲ ਥੋੜ੍ਹਾ ਸ਼ਾਂਤ ਹੈ। ਬਟ ਕੀ ਇਹ ਸੱਚੀ ਇੰਨੀ ਸ਼ਾਂਤ ਹੈ? ਕੀ ਤੁਹਾਨੂੰ ਪਤਾ ਹੈ ਕਿ ਕੋਵਿਡ ਜਦੋਂ ਕਿ ਸਭ ਤੋਂ ਲੋਐਸਟ ਵੀ ਚੱਲ ਰਿਹਾ ਸੀ, ਮਤਲਬ ਜਦੋਂ ਕੋਵਿਡ ਦੇ ਸਭ ਤੋਂ ਘੱਟ ਕੇਸਿਸ ਵੀ ਆ ਰਹੇ ਸੀ ਆਪਣੇ ਦੇਸ਼ ਦੇ ਵਿੱਚ, ਇੰਡੀਆ ਵਿੱਚ, ਤਾਂ ਵੀ ਰੋਜ਼ ਦੇ 200 ਤੋਂ ਲੈ ਕੇ 400 ਲੋਕ ਕੋਵਿਡ ਦੇ ਨਾਲ ਮਰ ਰਹੇ ਸੀ। ਪਿਛਲੇ ਕੱਲ ਕੇਰਲਾ ਵਿੱਚ 900 ਲੋਕਾਂ ਦੀ ਮੌਤ ਹੋਈ ਹੈ ਕੋਵਿਡ ਕਰਕੇ। ਕੋਵਿਡ ਇੱਕ ਅਜਿਹੀ ਬਿਮਾਰੀ ਹੈ ਜਿਸ ਤੋਂ ਸਾਨੂੰ ਬਚਣਾ ਜ਼ਰੂਰੀ ਹੈ, ਪਰ ਵੈਕਸੀਨ ਹੀ ਇਸ ਦਾ ਇਲਾਜ ਨਹੀਂ ਹੈ, ਜਾਂ ਵੈਕਸੀਨ ਹੀ ਇਸ ਦਾ ਜਵਾਬ ਨਹੀਂ ਹੈ। ਤਾਂ ਇਸ ਦਾ ਜਵਾਬ ਕੀ ਹੈ? ਕੋਵਿਡ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਉਹ ਹੈ ਸਾਡੇ ਬਿਹੇਵੀਅਰ ਵਿੱਚ ਇੱਕ ਪਰਿਵਰਤਨ ਆਉਣਾ ਬਹੁਤ ਜ਼ਰੂਰੀ ਹੈ। ਸਾਡਾ ਸੋਸ਼ਲ ਬਿਹੇਵੀਅਰ, ਸਾਡੀ ਸਮਝ, ਬਿਮਾਰੀਆਂ ਦੀ ਸਮਝ, ਸਿਰਫ ਕੋਵਿਡ ਦੀ ਗੱਲ ਨਹੀਂ ਹੈ, ਕਿਸੇ ਵੀ ਬਿਮਾਰੀ ਦੀ ਸਮਝ। ਸਾਨੂੰ ਪਤਾ ਹੋਏ ਕਿ ਚਾਹੇ ਕੋਵਿਡ ਹੈ, ਚਾਹੇ ਜ਼ੁਕਾਮ ਹੈ, ਇਹ ਜ਼ੁਕਾਮ ਸਵਾਈਨ ਫਲੂ ਵੀ ਤਾਂ ਹੋ ਸਕਦਾ ਹੈ। ਇਸ ਲਈ ਸਾਨੂੰ ਇਸ ਸਭ ਤੋਂ ਬਚਣ ਦੇ ਲਈ ਆਪਣਾ ਸੋਸ਼ਲ ਬਿਹੇਵੀਅਰ ਦਾ ਪਰਿਵਰਤਨ ਲੈ ਕੇ ਆਉਣਾ ਬੜਾ ਜ਼ਰੂਰੀ ਹੈ। ਜਿਸ ਦਾ ਮਤਲਬ ਹੈ ਕਿ ਅਸੀਂ ਜਦੋਂ ਕਿਸੇ ਨੂੰ ਮਿਲਦੇ ਹਾਂ, ਜੇ ਅਸੀਂ ਬਿਮਾਰ ਹਾਂ, ਸਭ ਤੋਂ ਪਹਿਲਾਂ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਕਿ ਅਸੀਂ ਕਿਸੇ ਨੂੰ ਮਿਲਣ ਨਾ ਜਾਈਏ ਜਦੋਂ ਅਸੀਂ ਬਿਮਾਰ ਹਾਂ। ਇਹ ਨਹੀਂ ਕਿ ਯਾਰ ਥੋੜ੍ਹਾ ਜ਼ੁਕਾਮ ਹੀ ਹੈ ਤਾਂ ਕੀ ਹੋ ਗਿਆ ਜੇ ਪਾਰਟੀ ਚਲੇ ਗਏ, ਨਹੀਂ ਕਰਨਾ। ਤਾਂ ਕੀ ਹੋ ਗਿਆ ਜੇ ਬੱਚਿਆਂ ਨੂੰ ਸਕੂਲ ਘੱਲਤਾ, ਥੋੜ੍ਹਾ ਜ਼ੁਕਾਮ ਹੀ ਤਾਂ ਸੀ, ਸਾਰੇ ਬਿਮਾਰ ਹੋ ਜਾਣਗੇ। ਇਹ ਸਾਡੀ ਸੋਸ਼ਲ ਜ਼ਿੰਮੇਵਾਰੀ ਹੈ ਕਿ ਅਸੀਂ ਦੂਸਰਿਆਂ ਦੀ ਪ੍ਰੋਟੈਕਸ਼ਨ ਦੇ ਲਈ ਜੇ ਹੋ ਸਕੇ ਉਹਨਾਂ ਨੂੰ ਅਵੋਇਡ ਕਰੀਏ, ਜੇ ਅਵੋਇਡ ਨਹੀਂ ਕਰ ਸਕਦੇ ਤਾਂ ਮਾਸਕ ਪਾ ਕੇ ਰੱਖੀਏ। ਮੈਂ ਇਹੋ ਜਿਹੇ ਲੋਕਾਂ ਨੂੰ ਵੀ ਦੇਖਿਆ ਹੈ, ਜੋ ਸਾਡੇ ਕੁਝ ਪੇਸ਼ੈਂਟਸ ਜਿਹੜੇ ਐਡੇ ਸਤਰਕ ਸੀ ਕਿ ਉਹ ਘਰੇ ਵੀ ਮਾਸਕ ਪਾ ਕੇ ਰੱਖਦੇ ਸੀ। ਮੇਰਾ ਇੱਕ ਪੇਸ਼ੈਂਟ ਸੀ, ਉਹਨੇ ਕਿਹਾ ਮੈਮ ਮੈਂ ਘਰੇ ਵੀ ਮਾਸਕ ਪਾ ਕੇ ਰੱਖਦਾ, ਕਿਉਂਕਿ ਮੈਂ ਕੰਮ 'ਤੇ ਜਾਂਦਾ, ਮੈਂ ਲੋਕਾਂ ਨੂੰ ਬਹੁਤ ਮਿਲਦਾ, ਅਤੇ ਮੈਨੂੰ ਲੱਗਦਾ ਮੇਰੇ ਫਾਦਰ, ਇਹਨਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ, ਕਿਤੇ ਇਹ ਬਿਮਾਰ ਨਾ ਹੋ ਜਾਣ। ਇਸ ਲੈਵਲ ਦੀ ਸੋਚ ਦੇ ਲੋਕ ਵੀ ਹੈ ਜੋ ਸਮਝ ਰਹੇ ਨੇ ਕਿ ਬਿਮਾਰੀ ਤੋਂ ਬਚਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ। ਜ਼ਿਆਦਾ ਕਰਾਊਡ ਵਿੱਚ ਨਹੀਂ ਜਾਣਾ, ਅਗਰ ਜਾਣਾ ਤਾਂ ਮਾਸਕ ਪਾ ਕੇ ਰੱਖਣਾ ਹੈ। ਅਗਰ ਤੁਸੀਂ ਸ਼ਾਪਿੰਗ ਜਾ ਰਹੇ ਹੋ, ਬਾਹਰ ਕੁਝ ਵੀ ਬਾਜ਼ਾਰ ਜਾ ਰਹੇ ਹੋ, ਇੱਕ ਮਾਸਕ ਪਾਉਣਾ ਕਿੰਨੀ ਕੀ ਵੱਡੀ ਗੱਲ ਹੈ, ਪਾਇਆ ਜਾ ਸਕਦਾ ਹੈ, ਅਤੇ ਸਾਨੂੰ ਪਾਉਣਾ ਵੀ ਚਾਹੀਦਾ ਹੈ, ਕਿਉਂਕਿ ਇਹ ਸਭ ਤੋਂ ਛੋਟਾ ਕਦਮ ਹੈ ਜਿਹਦਾ ਸਭ ਤੋਂ ਵੱਡਾ ਅਸਰ ਹੋਣ ਵਾਲਾ ਹੈ। ਕਿਸੇ ਵੀ ਦੇਸ਼ ਦੇ ਲੋਕਾਂ ਦੀ ਸਿਹਤ ਦਾ ਰਾਜ਼ ਉਸ ਦੇਸ਼ ਦੇ ਹਸਪਤਾਲਾਂ ਵਿੱਚ ਨਹੀਂ ਹੁੰਦਾ। ਲੋਕਾਂ ਦੀ ਸਿਹਤ ਦਾ ਰਾਜ਼ ਲੋਕਾਂ ਦੇ ਘਰਾਂ 'ਚ ਹੈ ਅਤੇ ਲੋਕਾਂ ਦੀ ਸੋਚ ਵਿੱਚ ਹੈ। ਅਸੀਂ ਆਪਣੇ ਆਪ ਨੂੰ ਬਚਾਈਏ ਅਤੇ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਬਚਾਈਏ।
ਅਗਰ ਵੈਕਸੀਨ ਹਾਲੇ ਤੱਕ ਤੁਸੀਂ ਨਹੀਂ ਲਗਵਾਈ ਹੈ ਜਾਂ ਤੁਹਾਡੀ ਫੈਮਿਲੀ 'ਚ ਕਿਸੇ ਨੇ ਨਹੀਂ ਲਗਵਾਈ ਹੈ ਤਾਂ ਜ਼ਰੂਰ ਲਗਵਾਓ। ਇਸ ਤੋਂ ਡਿਲੇ ਕਰਨ ਦਾ ਕੋਈ ਮਤਲਬ ਹੀ ਨਹੀਂ ਹੈ। ਜੇ ਤੁਹਾਨੂੰ ਕੋਈ ਵੀ ਵੈਕਸੀਨ ਦੇ ਰਿਲੇਟਡ ਕੋਈ ਵੀ ਕੁਐਰੀਜ਼ ਹੈ, ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਡਾਕਟਰ ਨੂੰ ਜ਼ਰੂਰ ਪੁੱਛੋ। ਤੁਸੀਂ ਇੰਟਰਨੈਟ ਤੇ ਕੋਈ ਵੀ ਇਹੋ ਜਿਹੀ ਥਾਂ ਤੋਂ ਇਨਫੋਰਮੇਸ਼ਨ ਨਾ ਪੜ੍ਹੋ, ਕੋਈ WhatsApp ਤੋਂ ਇਹੋ ਜਿਹੀ ਇਨਫੋਰਮੇਸ਼ਨ ਨਾ ਪੜ੍ਹੋ ਜਿਸ ਦੀ ਤੁਸੀਂ ਕੋਈ ਰਿਸੋਰਸ ਨਹੀਂ ਦੱਸ ਸਕਦੇ, ਜਿਹਦਾ ਸੋਰਸ ਇਜ਼ ਨਾਟ ਰਿਸਪੌਂਸਿਬਲ। ਕੋਈ ਵੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਜਿਹੜੇ ਸਾਧਨ ਨੇ, ਇਹਨਾਂ ਨਾਲ ਗਲਤ ਫਹਿਮੀਆਂ ਹੀ ਵੱਧ ਰਹੀਆਂ ਨੇ, ਅਫਵਾਹਾਂ ਵੱਧ ਰਹੀਆਂ ਨੇ। ਮੈਂ ਅੰਤ ਵਿੱਚ ਤੁਹਾਨੂੰ ਇਹ ਸਭ ਕਹਿਣਾ ਚਾਹੂੰਗੀ ਕਿ ਕੋਵਿਡ ਨੂੰ ਇਹ ਨਾ ਸਮਝੋ ਕਿ ਹੁਣ ਤਾਂ ਇਹ ਜਾ ਰਿਹਾ ਹੈ। ਪ੍ਰੋਬਲਮ ਇਹ ਕਿ ਜਾਂਦਾ ਜਾਂਦਾ ਜੇ ਕਿਸੇ ਹੋਰ ਰੂਪ ਵਿੱਚ ਬਦਲ ਕੇ ਆ ਗਿਆ ਤਾਂ ਬਹੁਤ ਪ੍ਰੋਬਲਮ ਹੋ ਜਾਏਗੀ। ਅਸੀਂ ਪਹਿਲੇ ਨਾਲੋਂ ਸਿਆਣੇ ਹੋ ਗਏ ਹਾਂ, ਪਰ ਕੋਵਿਡ ਵੀ ਹੋਰ ਚਲਾਕ ਹੁੰਦਾ ਜਾ ਰਿਹਾ ਹੈ। ਇਸ ਲਈ ਅਸੀਂ ਆਪਣੇ ਆਪ ਨੂੰ ਵੀ ਬਚਾਈਏ, ਸਤਰਕ ਰਹੀਏ, ਮਾਸਕ ਪਾ ਕੇ ਰੱਖੀਏ, ਸੋਸ਼ਲ ਡਿਸਟੈਂਸਿੰਗ ਫੋਲੋ ਕਰੀਏ। ਅਗਰ ਬੁਖਾਰ ਜਾਂ ਕੋਈ ਵੀ ਸਿੰਪਟਮਸ ਆਉਂਦੇ ਨੇ ਤਾਂ ਹੋਮ ਆਈਸੋਲੇਸ਼ਨ, ਸੈਲਫ ਆਈਸੋਲੇਸ਼ਨ ਕਰੀਏ। ਸਿੰਪਟਮਸ ਜਾਂ ਕੋਈ ਜ਼ਿਆਦਾ ਸਾਈਨਸ ਆਉਣ ਤੋਂ ਪਹਿਲਾਂ ਡਾਕਟਰ ਨੂੰ, ਅਗਰ ਤੁਸੀਂ ਹਾਈ ਰਿਸਕ ਹੋ, ਟਾਈਮ ਸਿਰ ਮਿਲੋ ਤੇ ਆਪਣਾ ਖਿਆਲ ਰੱਖੋ, ਆਪਣੀ ਫੈਮਿਲੀ ਦਾ ਖਿਆਲ ਰੱਖੋ। ਜੇ ਤੁਸੀਂ ਕੁਝ ਵੀ ਹੋਰ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਡਾਕਟਰ ਕੀਰਤ ਕੌਰ ਸਿਬਿਆ, ਚੈਸਟ ਸਪੈਸ਼ਲਿਸਟ ਐਟ ਪਾਰਾ ਸੁਪਰ ਸਪੈਸ਼ਲਿਟੀ ਹਸਪੀਟਲ। ਮੈਂ ਇੱਥੇ ਅਵੇਲੇਬਲ ਹਾਂ ਮੰਡੇ ਟੂ ਸੈਟਰਡੇ 10 AM to 5 PM। ਧੰਨਵਾਦ।